करेंगे जी राइटिंग दे लिंकर्स which we have on the board. It's a very very important writing ਦੇ 4 sections ਹੈ which the examiner check ਔਰ ਉਹਨਾਂ ਦੇ ਬੇਸ ਤੇ ਆਪਾਂ ਨੂੰ band scores ਦਿੰਦੇ। One is task response ਵੀ ਤੁਹਾਡੇ ideas ਜਿਹੜੇ ਆ they match with your task. Second is coherence and cohesion ਜਿਹੜੀ ਅੱਜ ਆਪਾਂ ਲੈਕਚਰ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਉਹ ਇਹਨਾਂ ਚੀਜ਼ਾਂ ਤੇ ਹੀ ਹੈ ਔਰ ਬੇਸਿਕਲੀ ਉਹ ਕੀ ਚੀਜ਼ ਹੈ ਜਿਹੜੀ ਤੁਹਾਡੇ ਇੱਕ ਸੈਂਟੈਂਸ ਨੂੰ ਦੂਸਰੇ ਸੈਂਟੈਂਸ ਦੇ ਨਾਲ ਕਨੈਕਟ ਕਰਦੇ। ਸੋ ਟੌਪ ਲਿੰਕਿੰਗ ਵਰਡਸ at least two things should happen ਤਾਂ ਜ਼ਿਆਦਾਤਰ ਸਟੂਡੈਂਟਸ ਨੂੰ ਇਹ ਵਰਡਸ ਜਾਣੇ ਪਹਿਚਾਣੇ ਆ ਵੀ in order to, instead of, in spite of, despite ਇਹ ਵਰਡਸ ਹੈ ਜਾਣੇ ਪਹਿਚਾਣੇ ਬਟ ਆਪਾਂ ਨੂੰ ਉਹ ਸਮਝ ਨਹੀਂ ਲੱਗਦਾ ਵੀ ਇਹਨਾਂ ਨੂੰ ਯੂਜ਼ ਕਰਨਾ ਤੇ ਕਰਨਾ ਕਦੋਂ। ਤਾਂ ਸਿੰਪਲ ਜੀ ਇੱਕ ਚੀਜ਼ ਉਹ ਯਾਦ ਰੱਖਣੀ ਹੈ ਕਿ ਤੁਸੀਂ ਜਦੋਂ ਪੰਜਾਬੀ ਦੇ ਵਿੱਚ ਦੋ ਚੀਜ਼ਾਂ ਨੂੰ ਟਰਾਂਸਲੇਟ ਕਰਨਾ ਚਾਹੁੰਦੇ ਆ ਇਕੱਠੀਆਂ ਹੀ ਇੱਕ ਚੀਜ਼ ਜਿਹੜੀ ਆ ਦੂਸਰੀ ਚੀਜ਼ ਤੇ ਡਿਪੈਂਡ ਕਰਦੀ ਹੈ। ਜੇ ਆ ਹੋਊਗਾ ਤਾਂ ਆ ਹੋਊਗਾ ਤਾਂ ਇਹ ਉਸ ਕੰਡੀਸ਼ਨ ਦੇ ਵਿੱਚ ਵਰਡ ਯੂਜ਼ ਹੋਣਗੇ। ਜੇ ਆ ਨਹੀਂ ਕਰਦੇ ਤਾਂ ਆ ਵੀ ਨਹੀਂ ਹੋਣਾ। ਫੋਰ ਐਗਜ਼ਾਮਪਲ ਜੇ ਹੁਣ ਆਈਲੈਟਸ ਕਰਾਂਗੇ ਤੇ ਫੇਰ ਹੀ ਆਪਾਂ ਐਲੀਜੀਬਲ ਆ ਕੈਨੇਡਾ ਜਾਣ ਦੇ ਲਈ। ਸੋ ਇਹ ਜੇ ਵੀ ਹੈ ਐਜ਼ ਅ ਰਿਜ਼ਲਟ ਵੀ ਕਨਸੀਕੁਐਂਟਲੀ ਵੀ ਹੈ ਇਨ ਆਰਡਰ ਟੂ ਵੀ ਆਪਾਂ ਇੱਥੇ ਲਾ ਸਕਦੇ ਹਾਂ ਕਿ ਇਨ ਆਰਡਰ ਟੂ ਰਾਈਟ ਗੈਟ ਯੂਰ ਕੈਨੇਡੀਅਨ ਵੀਜ਼ਾ students must clear IELTS exam ਇਹ ਕਰਨਾ ਹੀ ਪੈਣਾ। ਸੋ ਦੋ ਚੀਜ਼ਾਂ ਦੇ ਇਨ ਬਿਟਵੀਨ ਇਹਨਾਂ ਨੇ ਲੱਗਣਾ ਜਾਂ ਤਾਂ ਇਹ ਵਿਚਾਲੇ ਲੱਗਣਗੇ ਔਰ ਜਾਂ ਇਹ ਸਟਾਰਟਿੰਗ ਚ ਲੱਗਣਗੇ। should we start with first example ਆਪਣੀ ਪਹਿਲੀ ਐਗਜ਼ਾਮਪਲ ਹੈ in order to। in order to ਦਾ ਮਤਲਬ ਆ ਕੰਮ ਕਰਨ ਦੇ ਲਈ ਤਾਂ ਇਹਦੀਆਂ ਦੋ ਪਲੇਸਿਸ ਹੈ। one place ਹੈ ਕਿ we can write in the starting of the sentence ਸੈਂਟੈਂਸ ਨੂੰ ਸ਼ੁਰੂ ਦੇ ਵਿੱਚ ਲਾ ਸਕਦੇ ਔਰ ਦੂਸਰੇ ਸੈਂਟੈਂਸ ਦੀ ਐਗਜ਼ਾਮਪਲ ਆ ਕਿ ਇਹਨੂੰ ਆਪਾਂ ਸੈਂਟਰ 'ਚ ਵੀ ਲਾ ਸਕਦੇ। ਫਸਟ ਐਗਜ਼ਾਮਪਲ ਇਨ ਆਰਡਰ ਟੂ ਸੇਵ এনवायरमेंट one must plant at least one tree and try to avoid private transport। ਮਤਲਬ এনवायरमेंट ਨੂੰ ਬਚਾਉਣ ਦੇ ਲਈ ਆਪਾਂ ਨੂੰ ਆਹ ਕੰਮ ਕਰਨਾ ਚਾਹੀਦਾ ਜਾਂ ਆਹ ਕੰਮ ਕਰਨਾ ਪਊਗਾ এনवायरमेंट ਨੂੰ ਬਚਾਉਣ ਦੇ ਲਈ। ਤਾਂ ਚਾਹੇ ਪਿੱਛੇ ਲਾ ਲਓ ਚਾਹੇ ਅੱਗੇ ਲਾ ਲਓ। ਤਾਂ ਇਨ ਆਰਡਰ ਟੂ ਕਲੀਅਰ ਹੋਇਆ ਕਦੋਂ ਲਾਉਣਾ ਆਪਾਂ ਵੀ ਜਦੋਂ ਆਹ ਕੰਮ ਆਪਾਂ ਕਰਨਾ ਤਾਂ ਉਹਦੇ ਲਈ ਆਪਾਂ ਨੂੰ ਆਹ ਕੰਮ ਕਰਨਾ ਪੈਣਾ। ਇਨ ਆਰਡਰ ਟੂ ਕਲੀਅਰ। ਸੈਕੰਡ ਐਗਜ਼ਾਮਪਲ ਜਦੋਂ ਆਪਾਂ ਇਹਨੂੰ ਸੈਂਟਰ ਆਫ ਦੀ ਸੈਂਟੈਂਸ ਲਾ ਸਕਦੇ। young breed prefers to own latest e-gadgets ਮਤਲਬ ਉਹ ਜਿਵੇਂ ਹੁਣ ਆਪਾਂ ਬਾਈ ਕਰਦੇ ਆ ਪਰਚੇਜ਼ ਕਰਦੇ ਆ ਤਾਂ ਉਹਦੇ ਨਾਲੋਂ ਬੈਟਰ ਆ ਵੀ ਜਿਹੜੇ ਘੱਟ ਵਰਡ ਯੂਜ਼ ਕਰਦੇ ਆ ਆਪਾਂ ਉਹਨਾਂ ਨੂੰ ਯੂਜ਼ ਕਰੀ ਹੈ ਨਾ। ਯੰਗਸਟਰਸ ਆ ਚਿਲਡਰਨ ਆ ਉਹਨਾਂ ਦੇ ਨਾਲੋਂ ਯੰਗ ਬਰੀਡ ਹੋ ਗਿਆ ਨਿਊ ਬਰੀਡ ਹੋ ਗਈ ਇਦਾਂ ਦੇ ਵਰਡ ਆਪਾਂ ਯੂਜ਼ ਕਰ ਸਕਦੇ। ਸੋ ਯੰਗ ਬਰੀਡ ਪ੍ਰੈਫਰਸ ਟੂ ਓਨ ਲੇਟੈਸਟ e-gadgets। ਨਾਰਮਲੀ ਸਟੂਡੈਂਟ ਜਿਹੜੇ ਆ ਨਾ ਲੋ ਸਕੋਰ ਘੱਟ ਸਕੋਰ 5.5 ਬੈਂਡ ਵਾਲੇ ਉਹ ਇੱਥੇ ਸਿੰਪਲੀ ਕੱਲਾ 2 ਲਿਖ ਦਿੰਦੇ ਆ। ਇਕੱਲੇ 2 ਦੀ ਰਿਪਲੇਸਮੈਂਟ ਆ ਇਹ। ਜਿਵੇਂ ਆਈ ਵਾਂਟ ਟੂ ਗੋ ਕੈਨੇਡਾ ਹੈ ਨਾ ਟੂ ਪਰਸਿਊ ਮਾਈ ਹੈ ਨਾ ਹਾਇਰ ਐਜੂਕੇਸ਼ਨ 2 ਲਾਉਣੇ ਆਪਾਂ ਬਣਾਉਣੇ ਆ ਨਾ ਸੈਂਟੈਂਸਸ 2 ਲਾ ਦਿੰਨੇ ਆਪਾਂ ਕਿ ਆਈ ਹੈ ਨਾ ਜੁਆਇਨ ਜਿਮ to keep my body fit। ਇਕੱਲੇ to ਦੀ ਰਿਪਲੇਸਮੈਂਟ ਦੇ ਲਈ ਆਪਾਂ ਕਿਹੜਾ ਵਰਡ ਲਾ ਸਕਦੇ ਆ in order to। ਸੋ ਯੰਗਸਟਰ ਜਿਹੜੇ ਆ ਉਹ ਲੇਟੈਸਟ e-gadgets ਓਨ ਕਰਨਾ ਪਸੰਦ ਕਰਦੇ। ਕਿਉਂ ਕਰਦੇ ਆ in order to stay up to date and show state। ਹੁਣ ਇੱਥੇ ਆਪਾਂ ਨਾ ਮੰਨ ਲਓ ਬਿਕੋਜ਼ ਵੀ ਲਾ ਸਕਦੇ ਸੀ ਇੱਥੇ ਆਪਾਂ ਕੱਲਾ ਟੂ ਵੀ ਲਾ ਸਕਦੇ ਸੀ ਉਹ ਤਾਂ ਸਟਿੱਪਣੀ ਵਾਂਗੂ ਕੰਮ ਚਲਾਊ ਹੋ ਗਿਆ। ਪਰ ਜੇ ਤੁਸੀਂ ਗੁੱਡ ਰਾਈਟਰ ਦੀ ਨਿਸ਼ਾਨੀ ਹੁੰਦੀ ਆ ਤੇ ਗੁੱਡ ਰਾਈਟਰ ਹੈਜ਼ ਗੁੱਡ ਵਰਡਸ। ਗੁੱਡ ਰਾਈਟਰ ਦੀ ਨਿਸ਼ਾਨੀ ਕੀ ਹੁੰਦੀ ਉਹਦੇ ਕੋਲੇ ਵਧੀਆ ਵਰਡਸ ਹੋਣਗੇ ਔਰ ਇਹ ਉਹ ਵਧੀਆ ਵਰਡਸ ਆ ਜਿਹੜੇ ਤੁਹਾਡੇ 5.5 ਵਾਲੇ ਸੈਂਟੈਂਸ ਨੂੰ ਕਾਹਦੇ ਚ ਕਨਵਰਟ ਕਰ ਦੇਣਗੇ। it will convert into cell। पहला clear है जी sentence, कोई doubt in order to, okay। The second sentence instead of
in spite of ਤੇ despite ਤਿੰਨੇ ਆਪਸ ਦੇ ਵਿੱਚ ਸਿਨੋਨਿਮ ਆ, ਆਪਸ ਦੇ ਵਿੱਚ ਸਕੇ ਭਰਾ। ਬਸ ਗੱਲ ਫਰਕ ਕੀ ਹੈ ਕਿ ਡਿਫਰੈਂਟ ਟਾਈਮ ਤੁਸੀਂ ਇੱਕ ਵਰਡ ਨੂੰ ਚੇਂਜ ਕਰਕੇ ਲਿਖ ਸਕਦੇ ਹੋ। ਇੰਸਟੈਡ ਆਫ ਦਾ ਵੀ ਮਤਲਬ ਉਹੀ ਹੈ, ਇਨ ਸਪਾਈਟ ਆਫ ਦਾ ਵੀ ਮਤਲਬ ਉਹੀ ਹੈ, ਔਰ ਡਿਸਪਾਈਟ ਦਾ ਵੀ ਉਹੀ ਮਤਲਬ। ਉਹੀ ਕਿਹੜਾ ਮਤਲਬ ਹੈ? ਇਸ ਦੀ ਬਜਾਏ ਜਾਂ ਇਸ ਦੇ ਬਾਵਜੂਦ। ਜਿਸ ਤਰ੍ਹਾਂ ਕਈ ਵਾਰ ਹੁਣ ਜਿਹਨਾਂ ਤੋਂ ਆਈਲੈਟਸ ਨਹੀਂ ਹੁੰਦੀ ਤਾਂ ਉਹਨਾਂ ਨੂੰ ਸਲਾਹਾਂ ਦੇਣ ਵਾਲੇ, ਮੁਫਤ ਦੀ ਸਲਾਹ ਤੁਹਾਨੂੰ ਪਤਾ ਹੈ ਨਾ, ਤੁਰੇ ਜਾਂਦੇ ਮੁਫਤ ਦੀ ਸਲਾਹ ਮਿਲ ਜਾਂਦੀ ਤਾਂ ਉਹਨਾਂ ਨੂੰ ਕੀ ਸਲਾਹ ਮਿਲ ਜਾਂਦੀ ਹੈ ਵੀ ਆਈਲੈਟਸ ਨਹੀਂ ਹੋ ਰਹੀ ਤਾਂ ਕੀ ਕਰ ਲਓ? PTE ਕਰ ਲਓ। ਤੇ ਜੇ ਉਹ ਵੀ ਨਹੀਂ ਹੋ ਰਹੀ ਫਿਰ ਕੀ ਕਰ ਲਓ? ਫਿਰ ਵਿਆਹ ਕਰ ਲਓ। ਫਿਰ ਆਈਲੈਟਸ ਹੈ ਨਾ ਜਿਹਦੀ ਕਲੀਅਰ ਹੈ ਨਾ, ਉਹ ਮੁੰਡਾ ਲੱਭ ਲਓ, ਕੁੜੀ ਲੱਭ ਲਓ। ਤਾਂ ਫਿਰ ਉਹ ਸਲਾਹਾਂ ਦਿੱਤੀਆਂ ਜਾਂਦੀਆਂ ਵੀ ਜੇ ਆ ਨਹੀਂ ਹੋ ਰਿਹਾ ਤਾਂ ਇਹਦੀ ਬਜਾਏ ਆ ਕਰ ਲਓ। ਤਾਂ ਇਨਸਟੈਡ ਆਫ ਸਮਝ ਗਏ ਜੀ? ਸਭ ਤੋਂ ਪਹਿਲਾਂ ਆਪਾਂ ਨੂੰ ਆਪਣੀ ਮਦਰ ਟੰਗ 'ਚ ਪਤਾ ਹੋਣਾ ਚਾਹੀਦਾ ਵੀ ਇਹਨਾਂ ਦਾ ਆਪਾਂ ਕਰਨਾ ਕੀ ਹੈ। ਇਹਦਾ ਅਚਾਰ ਪਾਉਣਾ ਕਿ ਇਹਦੀ ਸਬਜ਼ੀ ਬਣਾਉਣੀ ਹੈ? ਤਾਂ ਐਟਲੀਸਟ ਆਪਾਂ ਨੂੰ ਇੰਨਾ ਕੁ ਕੰਮ ਪਤਾ ਹੋਣਾ ਚਾਹੀਦਾ ਵੀ ਇਹਨਾਂ ਦਾ ਕਰਨਾ ਕੀ ਹੈ। ਸੋ ਇਨਸਟੈਡ ਆਫ ਪਤਾ ਲੱਗੇ। ਸੋ ਇਸ ਦੀ ਬਜਾਏ ਜਦੋਂ ਆਪਾਂ ਆਹ ਕੰਮ ਕਰਨਾ ਵੀ ਨਹੀਂ ਯਾਰ ਆਹ ਕੰਮ ਕਰਨ ਦੇ ਨਾਲ ਫਾਇਦਾ ਨਹੀਂ ਹੋਣਾ, ਆਪਾਂ ਆਹ ਕਰ ਲਈਏ। ਔਰ ਇਦਾਂ ਆਪਣੇ ਪੰਜਾਬੀ ਦੇ ਤੁਸੀਂ ਦੱਸੋ ਮੈਨੂੰ ਵੀ ਰਾਈਟ ਟਾਸਕ 2, ਜਦੋਂ ਆਪਾਂ ਟਾਸਕ 2 ਲਿਖਦੇ ਇਦਾਂ ਦੇ ਸੈਂਟੈਂਸਸ ਆਪਾਂ ਨੂੰ ਲੋੜ ਪੈਂਦੀ ਹੈ ਕਿ ਨਹੀਂ ਪੈਂਦੀ? ਹਨਾ ਵੀ ਜਿਹੜੇ ਯੰਗਸਟਰਸ ਆ, ਸਕੂਲ ਚਿਲਡਰਨ ਆ, ਹਨਾ ਵੀ ਇਹਦੀ ਬਜਾਏ ਉਹ ਇਦਾਂ ਕਰ ਲੈਣ ਤਾਂ ਚੰਗੇ ਰਹਿਣਗੇ। ਤਾਂ ਇਨਸਟੈਡ ਆਫ ਪਹਿਲਾ ਸੈਂਟੈਂਸ, ਇਨਸਟੈਡ ਆਫ ਸਟਬਲ ਬਰਨਿੰਗ। ਸਟਬਲ ਬਰਨਿੰਗ ਜਿਹੜੀ ਆਪਾਂ ਪਰਾਲੀ ਨੂੰ ਹਨਾ ਅੱਗ ਲਾਉਣੀ। ਸੋ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਕੀ ਕਰਨਾ ਚਾਹੀਦਾ? ਕੀ ਕਰਨਾ ਚਾਹੀਦਾ? ਫਾਰਮਰਸ ਨੀਡ ਟੂ ਅਡਾਪਟ ਇਕੋ ਫ੍ਰੈਂਡਲੀ ਮੈਥਡਸ ਆਫ ਫਾਰਮਿੰਗ। ਕਾਹਦੇ ਲਈ? ਟੂ ਸੋ ਵੀਟ ਐਂਡ ਰਾਈਸ ਕਰੋ। ਆ ਦੇਖੋ ਹੁਣ ਆਪਾਂ ਇੱਥੇ ਕੀ ਲਾਇਆ? ਟੂ। ਪਰ ਆਪਾਂ ਇੱਥੇ ਕੀ ਲਾ ਸਕਦੇ ਹਾਂ ਹੁਣ? ਹੁਣ ਇੱਥੇ ਕੀ ਲਾ ਸਕਦੇ ਆਪਾਂ? in order to। ਆ ਟੂ ਆਪਾਂ ਬਦਲਣਾ ਵਾ, ਆ ਟੂ ਦੇ ਨਾਲ ਟੋ ਕਰਨੀ ਹੈ। ਤੇ ਮੇਰੀ ਤੇਰੇ ਨਾਲ ਕੀ ਹੈ? ਟੋ। ਵੀ ਤੂੰ ਬਹੁਤ ਆਉਣਾ ਵਾ ਮੇਰੇ ਰਾਈਟਿੰਗ ਦੇ ਸੈਂਟੈਂਸਸ ਚ, ਔਰ ਇਹਨੇ ਜਗ੍ਹਾ ਕਿਹਦੀ ਲਈ ਹੋਈ ਆ? in order to ਦੀ। ਤਾਂ ਆਪਾਂ ਪਹਿਲਾਂ ਸਿੰਪਲ ਲਿਖ ਲਿਆ ਕਰੋ, ਇਸ ਕਰਕੇ ਪੈਨਸਿਲ ਦੇ ਨਾਲ ਐਗਜ਼ਾਮ ਹੁੰਦਾ ਤੇ ਤਾਂ ਕਿ ਜੇ ਇੱਕ ਵਾਰੀ ਤੁਹਾਡੇ ਕੋਲ ਕੋਈ ਸਿੰਪਲ ਵਰਡ ਲਿਖਿਆ ਗਿਆ ਔਰ ਜੇ ਤੁਹਾਨੂੰ ਕੋਈ ਬਾਅਦ ਚ ਯਾਦ ਆ ਗਿਆ ਤਾਂ ਕੀ ਕਰੋ? ਸਿੰਪਲੀ ਉਹਨੂੰ ਕੀ ਕਰਦੇ ਹੋ? ਇਦਾਂ ਰਬ ਕਰਕੇ ਇਰੇਜ਼ ਕਰਕੇ ਉੱਤੇ ਫਿੱਟ ਕਰ ਦਿਓ। ਵਧੀਆ ਵਾ। ਇੱਕੋ ਸੈਂਟੈਂਸ ਚ ਦੋ ਆ ਗਏ ਕਿ ਨਹੀਂ ਆ ਗਏ? ਇਹਨੂੰ ਕਹਿੰਦੇ ਆ ਇੱਕ ਦੇ ਇੱਕ 11 ਕਰਨੇ। ਪਹਿਲਾਂ ਸਿੱਖਿਆ ਇੱਕ ਸੈਂਟੈਂਸ ਚ ਇੱਕ ਨੂੰ ਯੂਜ਼ ਕਰਨਾ, ਪਰ ਆਪਾਂ ਦੂਸਰੇ ਸੈਂਟੈਂਸ ਚ ਕੀ ਸਿੱਖਿਆ ਕਿ ਪਿਛਲੇ ਨੂੰ ਵੀ ਇਹਦੇ ਚ ਐਡ ਆਨ ਕਰਨਾ, ਇਕੱਠਾ ਕਰਨਾ। ਸੋ ਫਾਰਮਰਸ ਨੂੰ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਉਹਨਾਂ ਨੂੰ ਇਕੋ ਫ੍ਰੈਂਡਲੀ ਮੈਥਡ ਜਿਹੜੇ ਆ ਉਹ ਯੂਜ਼ ਕਰਨ ਦੀ ਲੋੜ ਹੈ। ਪਹਿਲਾ ਸੈਂਟੈਂਸ ਕਲੀਅਰ। ਸੈਕੰਡ ਐਗਜ਼ਾਮਪਲ, despite plethora of merits of globalization। ਹੁਣ ਜਦੋਂ ਆਪਾਂ ਐਸੇ ਲਿਖਦੇ ਆ ਐਗਰੀ ਡਿਸਐਗਰੀ ਜਾਂ ਐਡਵਾਂਟੇजेस ਡਿਸਐਡਵਾਂਟੇजेस ਵਾਲੇ, ਫਸਟ ਪੈਰਾਗ੍ਰਾਫ 'ਚ ਤੁਸੀਂ ਐਡਵਾਂਟੇजेस ਲਿਖ ਕੇ ਆ ਗਏ, ਲਿਖਤੇ ਜੀ ਬੋਡੀ 1 ਔਰ ਬੋਡੀ 2 'ਚ ਤੁਸੀਂ ਕੀ ਲਿਖਣਾ ਚਾਹੁੰਦੇ ਆ? ਡਿਸਐਡਵਾਂਟੇजेस। ਹੁਣ ਇੱਕੋ ਦਮ ਤਾਂ ਪਲਟੇ ਨਹੀਂ ਜਾਣਾ, ਤਾਂ ਬੋਡੀ 2 ਦਾ ਪਹਿਲਾ ਸੈਂਟੈਂਸ ਕਿਸ ਤੋਂ ਸ਼ੁਰੂ ਕਰ ਸਕਦੇ ਆ ਆਪਾਂ? ਡਿਸਪਾਈਟ। ਡਿਸਪਾਈਟ ਇਹਦੇ ਕਾਫੀ ਬੈਨੀਫਿਟਸ ਆ। ਇਟਸ ਡਾਰਕ ਸਾਈਡ ਕੈਨ ਨਾਟ ਬੀ ਨੈਗਲੈਕਟਡ। ਆ ਦੇਖੋ ਇਹ ਜਿਹੜੀ ਹੁਣ ਪੈਸਿਵ ਫਾਰਮ ਆ ਇਹ ਪਰਮਾਨੈਂਟ ਕਰ ਲਓ ਕਿ ਸਾਰੇ ਸੈਂਟੈਂਸਸ ਐਕਟਿਵ ਫਾਰਮ ਦੇ ਵਿੱਚ ਨਹੀਂ ਲਿਖਣੇ। ਆਪਾਂ ਵਿੱਚ ਵਿਚਾਲੇ ਕਿਹੜੀ ਚੀਜ਼ ਸ਼ੋ ਆਫ ਕਰਨੀ ਹੈ ਕਿ ਮੈਨੂੰ ਕੀ ਆਉਂਦਾ? ਮੈਨੂੰ ਪੈਸਿਵ ਦੇ ਵਿੱਚ ਵੀ ਲਿਖਣਾ ਆਉਂਦਾ ਵਾ। ਤਾਂ ਪਹਿਲਾ ਸੈਂਟੈਂਸ ਤੁਹਾਡਾ 7 ਬੈਂਡ ਦਾ ਹੋ ਜਾਊਗਾ ਜਦੋਂ ਤੁਸੀਂ ਐਸੇ ਆਪਣਾ ਸਟਾਰਟ ਕਰੋਗੇ। ਬੋਡੀ 1 2 3 ਕੋਈ ਵੀ ਸਟਾਰਟ ਕਰੋ। ਤਾਂ ਡਿਸਪਾਈਟ ਪਤਾ ਲੱਗਿਆ ਜੀ ਕਿੱਥੇ ਕਿੱਥੇ ਵਰਤਣਾ। ਇਹ ਆਪਾਂ ਜਦੋਂ ਇੱਕ ਸਾਈਡਡ ਬੋਡੀ ਲਿਖ ਕੇ ਅਗਲੀ ਬੋਡੀ ਆਪਾਂ ਉਹਦੇ ਉਲਟ ਲਿਖਣੀ ਆ ਤਾਂ ਉਦੋਂ ਕਿਹੜਾ ਸੈਂਟੈਂਸ ਆ ਜਾਊਗਾ ਸਭ ਤੋਂ
ਪਹਿਲਾਂ ਆ ਜਾਊਗਾ despite। ਨਾਰਮਲੀ ਆਪਾਂ although ਲਿਖਦੇ ਆ ਕਿ ਨਹੀਂ, however ਵੀ ਲਿਖਦੇ ਆ, but ਵੀ ਲਿਖਦੇ ਆ, on the other hand ਵੀ ਲਿਖਦੇ ਆ। ਔਰ ਇਹ ਜਿਨ੍ਹਾਂ ਨੂੰ ਲਿਖਣਾ ਆਉਂਦਾ ਉਹਨਾਂ ਦੀ ਕੁਆਲਿਟੀ ਕਿੰਨੇ ਬੈਂਡ ਦੀ ਆ? 5.5 ਬੈਂਡ ਦੀ ਕੁਆਲਿਟੀ ਹੈ। ਸੋ ਆਪਾਂ ਉਹ ਕੁਆਲਿਟੀ ਨੂੰ ਇੰਪਰੂਵ ਕਰ, instead of, in spite of ਤੇ despite ਦੋਨਾਂ 'ਚ ਫਰਕ ਕਲੀਅਰ ਹੈ? ਠੀਕ ਹੈ, ਤਾਂ ਹੁਣ ਆਪਾਂ ਇਹਨਾਂ ਦੀ ਪ੍ਰੈਕਟਿਸ ਕਰਨੀ ਹੈ। ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ। I have given you two sentences and your practice will start when you will make a couple of sentences। ਜਦੋਂ ਤੁਸੀਂ ਇੱਕ ਇੱਕ ਤੇ ਦੋ ਦੋ ਬਣਾਓਗੇ ਤਾਂ ਫਿਰ ਆਪਾਂ ਨੂੰ ਪਤਾ ਲੱਗੂਗਾ ਵੀ ਤੁਹਾਨੂੰ ਸਮਝ ਆ ਗਈ ਹੈ। ਥਰਡ, ਇਹ ਦੇਖੋ ਸਾਰੇ ਜਿਹੜੇ ਲਿੰਕਰਸ ਆ ਇਹ ਕਿਹੜੇ ਲੈਟਰ ਤੋਂ ਸਟਾਰਟ ਹੋ ਰਹੇ ਆ? ਆਈ ਵਾਲੇ। ਤਾਂ ਇਦਾਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਕਿ A B C D ਆਪਾਂ 7 ਬੈਂਡ ਦੀ ਵੋਕੈਬਲਰੀ ਇਦਾਂ ਤਿਆਰ ਕਰ ਲਈਏ ਕਿ A for admittedly, A for accomplish, A for acquire, ਔਰ B for this, C for this। ਔਰ ਜਦੋਂ ਤੁਸੀਂ I ਤੇ ਪਹੁੰਚੋਗੇ ਤਾਂ I for instead of, I for in order to, I for in spite of। ਤਾਂ ਇਦਾਂ ਵੋਕੈਬਲਰੀ ਕਰਦੇ ਕਰਦੇ ਆਪਾਂ I ਤੇ ਪਹੁੰਚ ਗਏ। ਤਾਂ ਅਗਲਾ ਵਰਡ ਆ ਗਿਆ indeed, in fact। ਤਾਂ indeed and in fact ਦਾ ਮਤਲਬ ਜਦੋਂ ਤੁਸੀਂ ਸਟੋਰੀ ਦੱਸਣੀ ਹੈ, ਰਿਐਲਿਟੀ ਅਸਲ ਦੇ ਵਿੱਚ ਕੁਝ ਗੱਲ ਦੱਸਣੀ ਹੈ, ਹਾਂਜੀ ਇਹ ਅਸਲੀਅਤ ਲਿਖਣ ਜਾ ਰਿਹਾ ਮੈਂ, ਇਹਦੇ 'ਚ may, can, should ਨਹੀਂ ਆਊਗਾ। ਜਦੋਂ ਆਪਾਂ ਆਹ ਵਰਡ ਯੂਜ਼ ਕਰਨੇ ਆ, ਇਸ ਤੋਂ ਅੱਗੇ ਕਿਹੜੇ ਵਰਡ ਨਹੀਂ ਆਉਣੇ? may, can, should, modals ਵਗੈਰਾ ਆਪਾਂ ਇਸ ਤੋਂ ਅੱਗੇ ਨਹੀਂ ਯੂਜ਼ ਕਰਨੇ। ਕਲੀਅਰ? ਓਕੇ, ਸੋ ਅਸਲ 'ਚ ਕੀ ਹੈ? indeed global warming is one of the mammoth issues। ਸੋ mammoth ਜਿਹੜਾ ਵਾ 7 ਬੈਂਡ ਦਾ ਵਰਡ ਕਿਹਦਾ ਵਾ? ਬਿਗ ਇਸ਼ੂ ਕਹਿ ਦਿੰਦੇ ਆ, ਜਿਹਨੂੰ ਆਪਾਂ ਸੀਰੀਅਸ ਪ੍ਰੋਬਲਮ ਕਹਿ ਦਿੰਦੇ ਆ। ਤਾਂ ਇਹਦੇ 'ਚ ਇਕੱਲੇ ਆਹ ਵਰਡਸ ਹੀ ਨਹੀਂਗੇ, ਇਹਦੇ 'ਚ ਆਪਾਂ ਨੂੰ ਉਹ ਵੋਕੈਬਲਰੀ ਵੀ ਮਿਲਣੀ ਹੈ ਜਿਹੜੀ ਆਪਾਂ ਕਿਸੇ ਵੀ ਐਸੇ 'ਚ ਲਾ ਸਕਦੇ। ਸੋ ਕਿਸੇ ਵੀ ਪ੍ਰੋਬਲਮ ਨੂੰ ਆਪਾਂ ਕੀ ਕਹਿ ਸਕਦੇ ਆ ਕਿ ਇਟ ਇਜ਼ ਵਨ ਆਫ ਦੀ mammoth issue of concern which requires immediate action। ਸੋ ਕੋਈ ਵੀ ਪ੍ਰੋਬਲਮ ਆ ਗਈ, ਮੰਨ ਲਓ 에ਅਰ ਪੋਲਿਊਸ਼ਨ ਆ ਗਿਆ, ਕੋਈ ਟ੍ਰੈਫਿਕ ਆ ਗਈ ਆ, ਕੋਈ ਵੀ ਪ੍ਰੋਬਲਮ ਆ ਗਈ, ਤਾਂ ਉਸ ਪ੍ਰੋਬਲਮ 'ਚ ਆਪਾਂ ਬਣਿਆ ਤਨਿਆ ਸੈਂਟੈਂਸ ਯੂਜ਼ ਕਰ ਸਕਦੇ ਵੀ ਇਹ ਇੰਡੀਡ ਦੇ ਵਿੱਚ ਕੀ ਪ੍ਰੋਬਲਮ ਆ? ਇਹ ਕਾਫੀ ਬਿਗ ਐਂਡ ਕਾਫੀ ਸੀਰੀਅਸ ਪ੍ਰੋਬਲਮ ਆ ਜਿਹੜੀ ਅਰਜੈਂਟ ਐਕਸ਼ਨ ਭਾਲਦੀ ਆ ਵੀ ਆਪਾਂ ਇਹਨੂੰ ਜਲਦੀ ਹੱਲ ਕਰੀਏ। ਇੰਡੀਡ ਤਾਂ ਇਹ ਆਪਾਂ ਕਿੱਥੇ ਯੂਜ਼ ਕਰ ਸਕਦੇ ਹਾਂ? ਇੰਟਰੋ। ਤਾਂ ਫਰਸਟ ਸੈਂਟੈਂਸ ਆਫ ਯੂਰ ਐਸੇ ਤੁਸੀਂ ਇਹਦਾ ਸਟਾਰਟ ਕਰ ਸਕਦੇ ਹੋ। ਇਹ ਜਿਹੜਾ ਡਿਸਪਾਈਟ ਆ ਇਹ ਤੁਸੀਂ ਬੋਡੀ 2 ਜਾਂ ਬੋਡੀ 3 ਦੀ ਫਰਸਟ ਸੈਂਟੈਂਸ ਦੇ ਵਿੱਚ ਲਿਖ ਸਕਦੇ। ਇਹਨੂੰ ਤੁਸੀਂ ਕਨਕਲੂਜਨ 'ਚ ਵੀ ਲਿਖ ਸਕਦੇ। ਕਨਕਲੂਜਨ 'ਚ ਆ ਸਕਦਾ ਨਾ ਕਿ ਇਨ ਮਾਈ ਪਰਸਪੈਕਟਿਵ, ਹੈ ਨਾ, ਕਿ ਡਿਸਪਾਈਟ globalization has few demerits, but in my perspective its advantage is outnumber। ਆਪਾਂ conclusion 'ਚ ਵੀ ਲਿਖ ਸਕਦੇ ਹਾਂ despite। ਸੋ ਕਹਿਣ ਦਾ ਮਤਲਬ ਵੀ ਜੇ introduction 'ਚ ਲਿਖਣਾ ਰਹਿ ਗਿਆ ਤਾਂ ਕਿੱਥੇ ਲਿਖ ਦਿਆ ਕਰੋ? conclusion। ਔਰ ਜੇ body 1 'ਚ ਰਹਿ ਗਿਆ ਤਾਂ ਕਿੱਥੇ ਲਿਖ ਦਿਓ? 2 'ਚ। ਔਰ ਜਿਹੜਾ 2 'ਚ ਰਹਿ ਗਿਆ ਤਾਂ ਕਿੱਥੇ ਲਿਖ ਦਿਓ? 3। ਮਤਲਬ ਇਹਨਾਂ ਦਾ ਕੋਈ ਹਾਰਡ ਐਂਡ ਫਾਸਟ ਰੂਲ ਨਹੀਂਗਾ ਵੀ ਇਹ ਇੱਥੇ ਹੀ ਲਿਖਣੇ ਆ, ਜਿੱਥੇ ਯਾਦ ਆ ਗਏ ਉੱਥੇ ਹੀ ਲਿਖ ਦਿਓ, ਜਦੋਂ ਉੱਠੇ ਉਦੋਂ ਹੀ ਸਵੇਰਾ। ਕਲੀਅਰ? ਇੰਡੀਡ, ਇਨ ਫੈਕਟ। ਕਲੀਅਰ ਹੈ ਜੀ? ਥਰਡ। ਓਕੇ, ਮੂਵਿੰਗ ਟੂ ਨੈਕਸਟ ਵਨ। ਇਨ ਅਦਰ ਵਰਡਸ, ਟੂ ਪੁੱਟ ਇਟ ਇਨ ਅਦਰ ਵੇ, ਇਨ ਸਿੰਪਲ ਟਰਮਸ, ਜਾਂ ਪੁੱਟ ਮੋਰ ਸਿੰਪਲੀ। ਇਹਨਾਂ ਚਾਰਾਂ ਦਾ ਮੀਨਿੰਗ ਕੀ ਹੈ? ਦੂਸਰੇ ਸ਼ਬਦ। ਮਤਲਬ ਜੋ ਤੁਸੀਂ ਪਹਿਲਾਂ ਕਿਹਾ ਉਸੇ ਹੀ ਚੀਜ਼ ਨੂੰ ਤੁਸੀਂ ਦੁਬਾਰਾ ਕਹਿਣਾ ਚਾਹੁੰਦੇ ਆ, ਪਰ ਹੋਰ ਸ਼ਬਦਾਂ 'ਚ ਕਹਿਣਾ ਚਾਹੁੰਦੇ। ਚੀਜ਼ ਉਹੀ ਹੈ, ਉਸੇ ਨੂੰ ਹੀ ਦੂਸਰੀ ਵਾਰ ਦੂਜੇ ਸ਼ਬਦਾਂ 'ਚ ਸਮਝਾਉਣਾ ਚਾਹੁੰਦੇ ਆ, ਤਾਂ ਇਦਾਂ ਕਹਿ ਸਕਦੇ। ਜਿਸ ਤਰ੍ਹਾਂ ਇਟ ਇਜ਼ ਇਨਐਵਿਟੇਬਲ ਦੈਟ। ਦੇਖੋ ਇਨਐਵਿਟੇਬਲ ਵਰਡ ਅੱਜ ਹੀ ਆਪਣੀ ਕਿਹੜੀ 'ਚ ਆਇਆ ਸੀ? ਰੀਡਿੰਗ 'ਚ ਆਇਆ ਸੀ ਨਾ। ਠੀਕ ਹੈ, ਜਿਹੜੀ ਚੀਜ਼ ਸਰਟੇਨ ਆ, ਇਹ ਸ਼ੋਰ ਆ, ਹੋਣਾ ਹੀ ਹੋਣਾ। So it is inevitable that tourism industry is booming at extraordinary speeds. The tourism industry
बूम कर रही है, बूम मतलब है ना वध रही है। इन अदर वर्ड्स इट हैज बिकम द बैकबोन ऑफ अ नेशंस इकोनॉमी। ਇੱਕੋ ਹੀ ਗੱਲ ਆ ਕਿ ਨਹੀਂ? ਜੇ ਹੁਣ ਉਹ ਵਧ ਰਹੀ ਆ ਤਾਂ ਇਹਦਾ ਮਤਲਬ ਉਸ ਕੰਟਰੀ ਦੇ ਵਿੱਚ ਇਕਨੋਮੀ ਤਾਂ ਵਧੂਗੀ ਕਿ ਨਹੀਂ ਵਧੂਗੀ। ਔਰ ਇਹਦੀ ਐਗਜ਼ਾਮਪਲ ਕੀ ਹੈ? ਸ਼ਾਰਟ ਚ ਆਪਾਂ ਐਗਜ਼ਾਮਪਲ ਲਿਖਣੀ ਹੋਵੇ ਤਾਂ ਕੀ ਐਗਜ਼ਾਮਪਲ ਹੈ ਇਹਦੀ? ਦੁਬਈ। ਵੀ ਟੂਰਿਜ਼ਮ ਇੰਡਸਟਰੀ ਜਿਹੜੀ ਆ ਉਹ ਇਦਾਂ ਵਧ ਰਹੀ ਆ ਔਰ ਇਹਦਾ ਮਤਲਬ ਦੂਜੇ ਸ਼ਬਦਾਂ ਚ ਉਹਦੇ ਚ ਟੂਰਿਜ਼ਮ ਕੱਲਾ ਨਹੀਂ ਵਧ ਰਿਹਾ, ਉਹਦੇ ਵਿੱਚ ਉਹਦੇ ਦੇਸ਼ ਦੀ ਇਕਨੋਮੀ ਵੀ ਵਧ ਰਹੀ ਆ। ਨਾਲ ਐਗਜ਼ਾਮਪਲ ਲਿਖਦੇ। ਸੋ ਇਹਨੂੰ ਕਹਿੰਦੇ ਆਈਸਿੰਗ ਔਨ ਦੀ ਕੇਕ, ਸੋਨੇ ਤੇ ਸੁਹਾਗਾ। ਕੱਲੀ ਚੀਜ਼ ਲਿਖੋਗੇ 5.5 ਔਰ ਵਿੱਚ ਉਹਦੇ ਮਸਾਲੇ ਐਡ ਕਰੀ ਚੱਲੋਗੇ ਤਾਂ ਆਈਸਿੰਗ ਔਨ ਦੀ ਕੇਕ ਬਣ ਜਾਣਾ। ਤਾਂ ਇਹ ਸੀਗਾ ਦੂਸਰੇ ਸ਼ਬਦ। ਤਾਂ ਇੱਕ ਯੂਜ਼ ਕਰ ਲਓ ਤਾਂ ਹੁਣ ਜਿੱਥੇ ਇਨ ਅਦਰ ਵਰਡਸ ਲਿਖਿਆ ਉਹਨੂੰ ਰਿਪਲੇਸਮੈਂਟ ਹੀ ਕਰਨੀ ਹੈ ਜਿਹਦੇ ਨਾਲ ਮਰਜ਼ੀ ਕਰ। ਐਨੀ ਡਾਊਟ? ਓਕੇ ਓਕੇ ਨੈਕਸਟ ਫਿਫਥ ਵੈਰੀ ਅਨਕਾਮਨ ਵਰਡ, ਬਹੁਤ ਅਨਕਾਮਨ ਵਰਡ ਆ, ਬਹੁਤ ਘੱਟ ਐਸੇ ਦੇ ਵਿੱਚ ਦੇਖਿਆ ਜਾਂਦਾ ਕਿ ਸਟੂਡੈਂਟਸ ਇਹਨੂੰ ਯੂਜ਼ ਕਰਦੇ। ਐਂਡ ਦ ਵਰਡ ਇਜ਼ ਪ੍ਰੋਵਾਈਡਡ ਦੈਟ। ਪ੍ਰੋਵਾਈਡਡ ਦੈਟ ਦਾ ਮਤਲਬ ਔਨ ਕੰਡੀਸ਼ਨ, ਵੀ ਇਹ ਕੰਮ ਹੋਊਗਾ ਪਰ ਕੰਡੀਸ਼ਨ ਹੈ। ਜਿਸ ਤਰੀਕੇ ਨਾਲ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਕੈਨੇਡਾ ਚਲੇ ਤਾਂ ਜਾਈਏ ਪਰ ਜਾਣ ਨਹੀਂ ਦਿੰਦੇ। ਕੰਡੀਸ਼ਨ ਕੀ ਲਾਈ ਹੋਈ ਹੈ ਕਿ ਆਇਲਟਸ ਜਿਹੜੀ ਆ ਉਹ ਕਲੀਅਰ ਚਾਹੀਦੀ ਆ, +2 ਚ ਭਾਵੇਂ ਫੇਲ ਹੋ ਜਾਓ ਉਹ ਵੀ ਕੰਡੀਸ਼ਨ ਹੈ ਕਿ ਗ੍ਰੇਡ 12 ਦੇ ਵਿੱਚ ਵੀ ਆਪਣੇ ਕਿੰਨੇ ਪਰਸੈਂਟੇਜ ਘੱਟ ਤੋਂ ਘੱਟ ਚਾਹੀਦੀ ਆ, 60+ ਆਪਾਂ ਨੂੰ ਪਰਸੈਂਟੇਜ ਚਾਹੀਦੀ ਹੈ। ਤਾਂ ਉਹ ਸਾਰੀਆਂ ਕੀ ਆ? ਕੰਡੀਸ਼ਨਸ। ਸੋ ਉਸ ਕੰਡੀਸ਼ਨਸ ਦਾ ਨਾਮ ਕੀ ਹੈ ਇੰਗਲਿਸ਼ ਚ? ਪ੍ਰੋਵਾਈਡਡ ਦੈਟ। Example, farmers unions have agreed to end their protest। ਅੱਜਕੱਲ ਪਤਾ ਹੀ ਹੈ ਸਾਰਿਆਂ ਨੂੰ ਕਿ ਫਾਰਮਰਸ ਨੇ ਆਪਣਾ ਪ੍ਰੋਟੈਸਟ ਖਤਮ ਕਰਨ ਦੇ ਲਈ ਹੈ ਨਾ ਐਗਰੀ ਹੋ ਗਏ ਆ ਉਹ, ਪਰ ਉੱਠਣ ਲਈ ਐਗਰੀ ਨਹੀਂ ਹੋਏ। ਕਹਿੰਦੇ ਉੱਠਣਾ ਕਦੋਂ ਆ? ਜਦੋਂ ਉਹ ਤਿੰਨੇ ਕਾਨੂੰਨ ਪਾਰਲੀਮੈਂਟ ਦੇ ਵਿੱਚ ਖਤਮ ਹੋਣਗੇ ਔਰ MSP ਤੇ ਨਿਊ ਲਾਅ ਬਣੂਗਾ, ਫਿਰ ਉਹ ਕਹਿੰਦੇ ਕਿ ਅਸੀਂ ਉੱਥੋਂ ਉੱਠ ਕੇ ਆਪਦੇ ਘਰਾਂ ਜਾਵਾਂਗੇ। ਸਿਰਫ ਉਹਦੀ ਮਤਲਬ ਵੀਡੀਓ ਦੇਖ ਕੇ ਅਸੀਂ ਆਪਣਾ ਪ੍ਰੋਟੈਸਟ ਹਜੇ ਕੈਂਸਲ ਨਹੀਂ ਕਰਨਾ। ਹਜੇ ਉੱਥੇ ਬੈਠੇ ਆ ਕਿ ਨਹੀਂ ਬੈਠੇ? ਹਾਲਾਂਕਿ ਕੈਂਸਲ ਤਾਂ ਗੁਰਪੁਰਬ ਦਾ ਹੀ ਹੋਇਆ ਪਰ ਹਜੇ ਉੱਥੋਂ ਆਏ ਨਹੀਂ ਗਏ। ਕਿਉਂ ਨਹੀਂ ਆਏ? ਕਿਉਂਕਿ ਹਜੇ ਵੀ ਉਹਨਾਂ ਨੇ ਕੀ ਰੱਖੀ ਹੋਈ ਆ? ਕੰਡੀਸ਼ਨ ਰੱਖੀ ਹੋਈ ਆ। ਤਾਂ ਪ੍ਰੋਵਾਈਡਡ ਦੈਟ ਫਾਰਮਰਸ ਯੂਨੀਅਨਸ ਹੈਵ ਐਗਰੀਡ ਟੂ ਐਂਡ देयर ਪ੍ਰੋਟੈਸਟ। ਸਹਿਮਤ ਹੋ ਗਏ? provided that provided that ਕੀ ਹੈ? the 3 farm bills are cancelled in the parliament। ਵੀ ਪਾਰਲੀਮੈਂਟ ਚ ਕੈਂਸਲ ਹੋਣਗੇ ਤੇ ਫਿਰ ਉਹ ਖਤਮ ਕਰਨਗੇ ਕੰਪਲੀਟਲੀ, ਫਿਰ ਘਰਾਂ ਨੂੰ ਉਹ ਆਉਣਗੇ। ਕੰਡੀਸ਼ਨ ਲੱਗੀ, ਕੰਡੀਸ਼ਨ ਲੱਗੀ, ਠੀਕ ਹੈ। ਇਸੇ ਤਰੀਕੇ ਦੇ ਨਾਲ ਰਾਈਟ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ। ਇੱਕ ਇੱਕ ਦੋ ਦੋ ਸੈਂਟੈਂਸਸ ਤੁਸੀਂ ਹੁਣ ਬਣਾਉਣੇ ਆ ਕਿ ਜਿਹਦੇ ਚ ਤੁਸੀਂ ਵੀ ਕੰਡੀਸ਼ਨ ਲਾਓ ਵੀ ਜੇ ਇਹ ਹੋਊਗਾ ਫਿਰ ਆਹ ਕੰਮ ਹੋਣਾ। ਔਰ ਪਹਿਲਿਆਂ ਚ ਕੀ ਸੀ? ਆਹ ਕੰਮ ਕਰਨ ਦੇ ਲਈ ਆਪਾਂ ਨੂੰ ਆਹ ਕਰਨਾ ਪੈਣਾ, ਇਹਦੀ ਬਜਾਏ ਤੇ ਆਪਾਂ ਨੂੰ ਆਹ ਕੰਮ ਕਰਨਾ ਪੈਣਾ। ਸੋ ਇਦਾਂ ਆਪਦੀ ਮਦਰ ਟੰਗ ਚ ਯਾਦ ਰੱਖੋ ਔਰ ਬਾਅਦ ਚ ਸਿਰਫ ਗੇਅਰ ਚੇਂਜ ਕਰਨਾ, ਪਹਿਲੇ ਦਾ ਦੂਸਰਾ, ਪੰਜਾਬੀ ਤੋਂ ਇੰਗਲਿਸ਼, ਗੇਅਰ ਚੇਂਜ ਕਰਨਾ। ਰਾਈਟ, ਲਾਸਟ ਬਟ ਨਾਟ ਲੀਸਟ, not to mention। ਜਿਵੇਂ ਆਪਾਂ ਨਾ ਲਾਸਟ ਬਟ ਨਾਟ ਲੀਸਟ ਕਹਿੰਦੇ ਆ ਤਾਂ ਉਸੇ ਮਤਲਬ not to mention। ਹੁਣ ਇਹਦੇ ਚ ਵੈਸੇ ਤਾਂ not ਲੱਗਿਆ ਹੋਇਆ ਪਰ ਆਪਾਂ ਨੂੰ ਲੱਗੂਗਾ ਵੀ ਇਹਦੇ ਚ ਕੀ ਆ? ਨਹੀਂ। ਹੁਣ ਇਹਦੀ ਐਗਜ਼ਾਮਪਲ, ਕਈ ਵਾਰੀ ਆਪਾਂ ਹੈ ਨਾ ਕੋਈ ਦੋਸਤ ਆਪਣਾ ਘੁੰਮਣ ਫਿਰਨ ਗਿਆ ਹੋਵੇ, ਹੈ ਨਾ ਕੋਈ ਗੋਲਡਨ ਟੈਂਪਲ ਗਿਆ, ਕੋਈ ਚੰਡੀਗੜ੍ਹ ਗਿਆ ਹੋਵੇ ਔਰ ਉਹ ਆਪਾਂ ਨੂੰ ਹੈ ਨਾ ਕਹਿ ਦਿੰਦੇ ਚੱਲ ਕੋਈ ਗੱਲ ਨਹੀਂ ਹੈ ਨਾ ਵੀ ਆ ਉੱਥੇ ਜਾਏ ਠੀਕ ਆ, ਹੈ ਨਾ ਉੱਥੇ ਜਾਣਾ ਠੀਕ ਆ, ਹੈ ਨਾ, ਪਰ ਕਿਤੇ ਉਹ ਨਾ ਰਹਿ ਜੇ। ਬਾਕੀ ਚੀਜ਼ਾਂ ਲੈ ਆਉਣੀਆਂ ਲੈ ਆਈ, ਹੈ ਨਾ, ਨਾ ਲਿਆਉਣੀਆਂ ਨਾ ਲਈ, ਪਰ ਕਿਤੇ ਉਹ ਨਾ ਰਹਿ ਜੇ। ਕਿਤੇ ਫੋਨ ਲਿਆਉਣਾ ਨਾ ਭੁੱਲ ਜੀ। ਕਿਸੇ ਨੇ ਕੈਨੇਡਾ ਤੋਂ ਆਉਣਾ ਹੋਵੇ ਹੈ ਨਾ ਤੇ ਆਪਾਂ ਉਹਦੇ ਕਹਿ ਦਿੰਦੇ ਵੀ ਹੈ ਨਾ ਬਾਕੀ ਕੋਈ ਗੱਲ ਨਹੀਂ, ਬਾਕੀ ਸਰਸਰਾ ਜਾਊਗਾ, ਪਰ ਇਹ ਨਾ ਹੋਵੇ ਵੀ ਕਿਤੇ ਆ ਨਾ ਲੈ ਕੇ ਆਈ। ਤਾਂ ਇਹ ਆ not to mention। ਬਾਕੀ ਸਾਰੀਆਂ ਗੱਲਾਂ ਹੋ ਗਈਆਂ, ਕਰ ਕਰਾ ਲਈਆਂ, ਠੀਕ ਹੈ, ਓਕੇ ਆ,
पर किते आ ना रह जे। पंजाबी च आउंदा कि नहीं आउंदा? तो उस सेंस दे विच आपां यूज करांगे नॉट टू मेंशन। जो बाकी गल्लां हो जाण ना हो जाण पर आ ना रह जे, उस सेंस च अपना ये जिहड़ा 6th लिंकर है वो कनैक्ट होगा नॉट टू मेंशन जदों वैसे आपां कहना वेरी इंपॉर्टेंट, और पंजाबी च कदों किते ए ना रह जे। बाकी गल्लां हो गईयां पर ए ना रह जे, ਇਹਦਾ मतलब भी वो है इंपॉर्टेंट ਤਾਂ ਇਹ ਚੀਜ਼ਾਂ ਕੀ ਕਰਨਗੀਆਂ ਉਹਨੂੰ ਹਾਈਲਾਈਟ ਕਰਨਗੀਆਂ। ਆਹ ਵਰਡ ਕਿਉਂ ਲਿਖ ਰਹੇ ਆਪਾਂ? ਉਸ ਸੈਂਟੈਂਸ ਨੂੰ ਕੀ ਕਰਨ ਦੇ ਲਈ? ਹਾਈਲਾਈਟਰ ਪਤਾ ਨਾ, ਇਦਾਂ ਜਦੋਂ ਆਪਾਂ ਅੰਡਰਲਾਈਨ ਕਰ ਦਿੰਦੇ ਆ ਤਾਂ ਉਹ ਚੀਜ਼ ਕੀ ਹੋ ਜਾਂਦੀ ਹੈ? ਹਾਈਲਾਈਟ ਹੋ ਜਾਂਦੀ। ਸੋ ਆਹ ਵਰਡ ਉਸ ਚੀਜ਼ ਨੂੰ ਕੀ ਕਰ ਦੂਗਾ? ਹਾਈਲਾਈਟ ਕਰ ਦੂਗਾ। ਤਾਂ ਇਹਦੀ ਐਗਜ਼ਾਮਪਲ ਅਨਡਾਊਟਡਲੀ terrorism has led to numerous social issues ਕਿਹੜੇ such as mass killing, migration। ਤਾਂ ਤੁਸੀਂ ਦੇਖਿਆ ਸੀ ਵੀ ਜਿਵੇਂ ਅਫਗਾਨਿਸਤਾਨ ਦੇ ਵਿੱਚ ਜਦੋਂ ਟੈਰਰਿਸਟ ਅਟੈਕ ਹੁੰਦੇ ਆ ਤੇ ਉਦੋਂ ਇੱਕ ਤਾਂ ਹਜ਼ਾਰਾਂ ਦੇ ਗਿਣਤੀ ਦੇ ਵਿੱਚ ਲੋਕ ਡੈਥ ਹੁੰਦੀ ਉਹਨਾਂ ਦੀ, ਹੈ ਨਾ, ਡਾਈ ਹੁੰਦੇ, ਔਰ ਨਾਲ ਦੀ ਨਾਲ ਕਿਹੜੀ ਚੀਜ਼ ਸਟਾਰਟ ਹੋ ਜਾਂਦੀ ਆ? ਮਾਈਗ੍ਰੇਸ਼ਨ। ਜਦੋਂ ਅਟੈਕ ਹੋਏ ਦੇਖੇ ਜਹਾਜ਼ ਦੇ ਉੱਤੇ ਥੱਲੇ, ਹਨਾ, ਫਾਰ, ਹਨਾ, ਪੱਖਿਆਂ ਦੇ ਵਿੱਚ ਦੀ ਹੋ ਕੇ ਲੋਕ ਜਿਹੜੇ ਜੱਫੀਆਂ ਪਾ ਕੇ, ਹਨਾ, ਅਫਗਾਨਿਸਤਾਨ ਦੇ ਲੋਕ ਜਿਹੜੇ ਆ ਉਹਨੂੰ ਛੱਡ ਰਹੇ ਸੀ। ਤਾਂ ਇਹ ਕਿਸ ਕਾਰਨ ਕਰਕੇ ਛੱਡ ਰਹੇ ਸੀ? ਟੈਰਰਿਜ਼ਮ ਕਰਕੇ। ਸੋ ਚਲੋ ਇਹ ਤਾਂ ਆਪਾਂ ਨੂੰ ਪਤਾ ਡਾਇਰੈਕਟਲੀ ਇਫੈਕਟ ਪੈਣਾ ਹੀ ਪੈਣਾ ਕਿ ਟੈਰਰਿਜ਼ਮ ਦੇ ਨਾਲ, ਠੀਕ ਹੈ, ਸੋਸ਼ਲ ਇਸ਼ੂਜ਼ ਜਿਹੜੇ ਆ ਉਹ ਤਾਂ ਰਾਈਜ਼ ਹੋਣੇ ਹੀ ਹੋਣੇ ਆ। ਕਿਹੜੇ? ਮਾਸ ਕਿਲਿੰਗ ਐਂਡ ਮਾਈਗ੍ਰੇਸ਼ਨ, not to mention its profound impact on nations economy। ਤੁਹਾਨੂੰ ਨਹੀਂ ਲੱਗਦਾ ਵੀ ਜੇ ਅੱਤਵਾਦ ਦੇ, ਹਨਾ, ਵੀ ਅਟੈਕ ਹੋਣਗੇ ਤੇ ਉਸ ਕੰਟਰੀ ਦੀ ਇਕਨੋਮੀ ਤੇ ਵੀ ਅਸਰ ਪਊਗਾ? ਲੋਕਾਂ ਦੀਆਂ ਜ਼ਿੰਦਗੀਆਂ ਤੇ ਤਾਂ ਅਸਰ ਪੈਣਾ ਹੀ ਪੈਣਾ, ਪਰ ਕੰਟਰੀ ਦੀ ਅਰਥ ਵਿਵਸਥਾ ਤੇ ਅਟੈਕ ਨਹੀਂ ਹੋਊਗਾ, ਉਹਦੇ ਤੇ ਵੀ ਹੋਊਗਾ। ਸੋ ਇਸ ਕਰਕੇ ਆਪਾਂ ਉਹਨੂੰ ਹਾਈਲਾਈਟ ਕੀਤਾ ਵੀ ਆਪਾਂ ਸਿਰਫ ਇਹ ਨਾ ਕਹੀਏ ਵੀ ਜੇ ਅੱਤਵਾਦੀ ਹਮਲਾ ਹੋਇਆ ਵਾ ਤਾਂ ਉਸ ਹਮਲੇ ਦੇ ਨਾਲ ਲੋਕਾਂ ਤੇ ਹੀ ਅਸਰ ਪੈਣਾ। ਲੋਕਾਂ ਤੋਂ ਬਿਨਾਂ ਕਿਹੜੀ ਚੀਜ਼ ਤੇ ਅਸਰ ਪੈਣਾ? ਉਹਨਾਂ ਦੇ ਦੇਸ਼ ਦੀ ਇਕਨੋਮੀ ਤੇ ਵੀ ਅਸਰ ਪੈਣਾ। ਤਾਂ ਇਹ ਜਿਹੜਾ ਵਰਡ ਆ ਹੁਣ ਇਸ ਚੀਜ਼ ਨੂੰ ਕੀ ਕਰੂਗਾ? ਹਾਈਲਾਈਟ ਕਰੂਗਾ। ਚਾਹੇ ਆਪਾਂ ਐਂਡ ਤੇ ਲਿਖਿਆ, ਇਹ ਜਿਹੜੀ ਚੀਜ਼ ਆ ਇਕਨੋਮੀ ਵਾਲਾ ਪੁਆਇੰਟ ਆਪਾਂ ਐਂਡ ਤੇ ਲਿਖਿਆ, ਪਰ ਨਾਟ ਟੂ ਮੈਂਸ਼ਨ ਇਹਨੂੰ ਕੀ ਕਰਕੇ ਦਿਖਾਊਗਾ? ਹਾਈਲਾਈਟ ਕਰੂਗਾ। ਜਿਵੇਂ ਇਹ ਆਪਾਂ ਇੱਥੇ ਅੰਡਰਲਾਈਨ ਕੀਤੇ ਹੋਏ ਆ, ਇਹ ਸਾਰੇ ਉਸ ਚੀਜ਼ ਨੂੰ ਕੀ ਕਰ ਰਹੇ ਆ? ਹਾਈਲਾਈਟ ਕਰ ਰਹੇ ਆ। ਤਾਂ ਇਹ ਐਗਜ਼ਾਮੀਨਰ ਦੀਆਂ ਆਈਜ਼ ਦੇ ਵਿੱਚ ਇਹ ਵਰਡ ਅਟਰੈਕਟ ਕਰਨਗੇ। ਜਦੋਂ ਤੁਹਾਡੀ ਬੋਡੀ 1 ਇੰਟਰੋਡਕਸ਼ਨ ਕਨਕਲੂਜਨ ਇਦਾਂ ਦੇ ਵਰਡਸ ਆਏ ਹੋਣਗੇ ਤਾਂ ਇਹ ਵਰਡਸ ਐਗਜ਼ਾਮੀਨਰ ਦੀ ਆਈਜ਼ ਦੇ ਵਿੱਚ ਕਿੱਦਾਂ ਦਾ ਕੰਮ ਕਰਨਗੇ? ਹਾਈਲਾਈਟਰ ਦਾ ਕੰਮ ਕਰਨਗੇ। ਕਲੀਅਰ? because something is better than nothing। ਤਾਂ ਇਹ ਸਾਰੇ ਵਰਡਸ ਆਪਣੇ ਯੂਜ਼ ਨਹੀਂ ਹੋਣੇ ਐਸੇ ਚ। there are around, ਤੁਸੀਂ ਕਾਊਂਟਿੰਗ ਕਰ ਲਓ, 1 2 3 4 5 6 7 8 9 10 11 12 13, right? So there are total 13 words and you cannot write 13 all in one essay। final exam ਚ ਕਿੰਨੇ ਐਸੇ ਲਿਖਣੇ ਆਪਾਂ? only one essay ਲਿਖਣਾ। ਤਾਂ ਹੁਣ one essay ਚ ਇਹ ਸਾਰੇ ਤਾਂ ਨਹੀਂ ਹੋਣੇ, ਪਰ ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਜੇ ਇਹਨਾਂ ਦੇ ਵਿੱਚੋਂ ਕੋਈ ਵੀ ਸਟੂਡੈਂਟ 4 5 ਵੀ ਲਿਖਿਆ ਆ, ਹੁਣ ਇਹ ਨਾ ਹੋਵੇ ਵੀ ਉਹ, ਹਨਾ, ਵੀ ਇੱਕੋ ਹੀ ਲਾਈਨ 'ਚ 4 5 ਆਪਾਂ ਲਿਖ ਦਈਏ। ਸੋ ਕੋਸ਼ਿਸ਼ ਕਰਨੀ ਹੈ ਕਿ ਆਪਾਂ ਇੱਕ ਅੱਧਾ ਵਰਡ ਕਿੱਥੇ ਲਿਖੋ, ਹਨਾ, ਆਪਣੀ ਇੰਟਰੋਡਕਸ਼ਨ 'ਚ ਇਹਨਾਂ 'ਚੋਂ ਇੱਕ ਫਾਈਨਲ ਕਰ ਲਓ। ਦੈਨ ਬੋਡੀ 1, ਠੀਕ ਹੈ ਜੀ, ਇਹਦੇ ਵਿੱਚ ਇੱਕ ਦੋ ਵਰਡ ਫਾਈਨਲ ਕਰ ਲਓ। ਦੈਨ ਬੋਡੀ 2 'ਚ ਇੱਕ ਦੋ ਫਾਈਨਲ ਕਰ ਲਓ। and then body 3 ਚ 1 2 3 ਫਾਈਨਲ ਕਰ ਲਓ, ਔਰ ਇੱਕ ਅੱਧਾ ਵਰਡ ਕਿੱਥੇ ਰੱਖ ਲਓ? ਕਨਕਲੂਜਨ ਦੇ ਵਿੱਚ ਇੱਕ ਅੱਧਾ ਇਹਨਾਂ ਜੋ ਵਰਡ ਜਿਹੜਾ ਪਰਮਾਨੈਂਟਲੀ ਫਿੱਟ ਕਰ ਲਓ, ਤਾਂ ਕਿ ਤੁਹਾਨੂੰ ਜਿਹੜਾ ਐਗਜ਼ਾਮੀਨਰ ਆ ਉਹਨੂੰ ਬਾਰ-ਬਾਰ ਇਹ ਹਾਈਲਾਈਟਰ ਜਿਹੜੇ ਆ ਉਹ ਦਿਖਦੇ ਰਹਿਣ। ਇਹ ਨਾ ਹੋਵੇ ਵੀ ਇਕੱਲਾ ਇੰਟਰੋਡਕਸ਼ਨ 'ਚ ਇੱਕ ਵਰਡ ਯੂਜ਼ ਕਰ ਲਿਆ ਤੇ ਉਸ ਤੋਂ ਬਾਅਦ ਸਾਰੇ ਐਸੇ 'ਚ ਆਪਣੇ ਇਹ ਵਰਡਸ ਆਏ। ਕਲੀਅਰ ਹੈ? ਤਾਂ ਹੁਣ ਜਿਹੜਾ ਆਪਣਾ ਹੋਮਵਰਕ ਆ ਉਹ ਇਹ ਆ ਕਿ ਇੱਥੇ ਆਪਾਂ ਡਿਫਰੈਂਟ ਟੌਪਿਕ ਦੇਖੋ ਸਿਲੈਕਟ ਕੀਤੇ। ਇੱਥੇ ਆਪਣਾ ਕਿਹੜਾ ਟੌਪਿਕ ਹੈ? এনवायरमेंट। ਇੱਥੇ ਆਪਣਾ ਟੌਪਿਕ
एजुकेशन या यंगस्टर्स है ना यंग्स का जो लाइफ स्टाइल है यंगस्टर्स का। फिर अगे किहड़ा आ गया अपना है ना फार्मिंग सैक्टर। फिर अगे किहड़ा आ गया ग्लोबलाइजेशन। फिर की आ गया ग्लोबल वार्मिंग। फिर किहड़ा आ गया टूरिज्म है ना इंडस्ट्री। फिर किहड़ा आ गया है ना फार्मिंग। फिर गवर्नमेंट दे नाल अपना। फिर लास्ट ते की आ गया ਟੈਰਰਿਜ਼ਮ। ਤਾਂ ਟੋਟਲ ਆਈਲੈਟਸ ਦੇ ਆਪਣੇ 20 ਟੌਪਿਕ ਹੈ। ਤਾਂ ਡਿਫਰੈਂਟ ਟੌਪਿਕਸ ਨੂੰ ਲੈ ਕੇ ਤੁਸੀਂ ਸੈਂਟੈਂਸਸ ਦੀ ਰਿਹਰਸਲ ਕਰੋ ਐਂਡ ਪ੍ਰੈਕਟਿਸ ਵਿਲ ਮੇਕ ਯੂ ਪਰਫੈਕਟ। ਠੀਕ ਹੈ ਸੋ ਮੋਸਟਲੀ ਇਹ ਵਰਡਸ ਦੇ ਵਿੱਚ ਸਟੂਡੈਂਟਸ ਨੂੰ ਕਨਫਿਊਜ਼ਨ ਹੈ। ਇਹਨਾਂ ਨੂੰ ਵੈਸੇ ਤਾਂ ਪਤਾ ਹੈ ਪਰ ਇਹਨਾਂ ਦੇ ਸੈਂਟੈਂਸਸ ਨਹੀਂ ਬਣਦੇ ਆਪਣੇ ਤੋਂ। ਤਾਂ ਅੱਜ ਤੋਂ ਆਪਾਂ ਕੋਸ਼ਿਸ਼ ਕਰਨੀ ਹੈ ਕਿ ਇਹਨਾਂ ਦੇ ਸੈਂਟੈਂਸਸ ਨਾਲ ਦੀ ਨਾਲ ਬਣਾ ਲੈਣੇ। ਓਕੇ ठीक है सो दैट वाज इट अबाउट टुडेज वीडियो। ठीक है ये सी जी अपनी वीडियो लिंकर्स दी रिलेटेड होपफुली यू लाइक इट और जिद्दां दे तुहाडे कमेंट्स होणगे ठीक है उस तरीके दे नाल आपां नैक्सट वीडियो जिहड़ी शूट करांगे। ठीक है सो होपफुली यू लाइक इट एंड डोंट फॉरगेट टू सब्सक्राइब आवर चैनल। एवरीवन नोज इट्स Aussie IELTS Home and thanks for sharing and thanks for watching।